ਵੈਲਕਮ ਬੈਕ। ਮੈਂ ਮਨਵੀਰ ਕੌਰ। ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਕਿ ਪੰਜਾਬ ਦੀ ਪਿਛਲੀ ਸਰਕਾਰ ਵੇਲੇ ਇੱਕ ਆਪਣੇ ਪੰਜਾਬੀਆਂ ਨੂੰ ਦਾਅਵਾ ਕੀਤਾ ਜਾਂਦਾ ਸੀ ਪੰਜਾਬ ਸਰਕਾਰ ਵੱਲੋਂ ਕਿ 65% ਆਬਾਦੀ ਪੰਜਾਬ ਦੀ ਨੂੰ ਇੱਕ ਸਿਹਤ ਬੀਮਾ ਯੋਜਨਾ ਦੇ ਤਹਿਤ ਲਿਆਂਦਾ ਗਿਆ ਔਰ ਉਹਨਾਂ ਨੂੰ ਪੇਪਰਲੈਸ ਕੈਸ਼ਲੈਸ ਜਿਹੜਾ ਉਹਨਾਂ ਨੂੰ ਬੀਮਾ ਦਿੱਤਾ ਜਾ ਰਿਹਾ ਜਿਹਦੇ ਨਾਲ ਉਹ ਕਿਤੇ ਵੀ ਜਾ ਕੇ ਇਲਾਜ ਕਰਾ ਸਕਦੇ ਆ। ਉਹਦੇ ਵਿੱਚ ਜੋ ਠੇਕਾ ਦਿੱਤਾ ਗਿਆ ਸੀ ਕੰਪਨੀ ਨੂੰ, ਪ੍ਰਾਈਵੇਟ ਕੰਪਨੀ ਨੂੰ, ਉਹ ਠੇਕਾ ਜਿਹੜਾ ਪਿਛਲੀ ਸਰਕਾਰ ਨੇ, ਪਿਛਲੇ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਸਰਕਾਰ ਦੇ ਟਾਈਮ ਉਹਨੂੰ ਬੰਦ ਕਰ ਦਿੱਤਾ ਗਿਆ। ਜਿਹੜੀ ਉਹਦੀ ਹਜੇ ਮਿਆਦ ਪਈ ਸੀ ਉਸ ਤੋਂ ਪਹਿਲਾਂ ਹੀ ਉਹ ਠੇਕੇ ਨੂੰ, ਉਹ ਜਿਹੜਾ ਕੰਟਰੈਕਟ ਸੀਗਾ ਉਹਨੂੰ ਟਰਮੀਨੇਟ ਕਰ ਦਿੱਤਾ ਗਿਆ। ਇਹਦੇ ਤੇ ਰੌਲਾ ਪੈ ਰਿਹਾ ਆ, ਇਹਦੇ ਤੇ ਵਿਜੀਲੈਂਸ ਇਨਕੁਆਇਰੀ ਛੋਟੀ ਜੀ ਚੱਲ ਵੀ ਰਹੀ ਹੈ, ਪਰ ਇਹਦੇ ਤੇ ਵੱਡੇ ਲੈਵਲ ਤੇ ਇਸ ਚੀਜ਼ ਨੂੰ ਖੋਲਣ ਦੀਆਂ ਗੱਲਾਂ ਜਿਹੜੀਆਂ ਉਹ ਚੱਲ ਰਹੀਆਂ ਨੇ। ਪਤਾ ਨਹੀਂ ਇਹਦੇ ਵਿੱਚ ਘਪਲਾ ਹੋਏਗਾ ਕਿ ਨਹੀਂ ਹੋਏਗਾ। ਉਹ ਤਾਂ ਵਿਜੀਲੈਂਸ ਦੀ ਜਾਂਚ ਔਰ ਬਿਲਕੁਲ ਨਿਰਪੱਖ ਜਾਂਚ, ਜਿਹਦੇ ਵਿੱਚ ਸਿਆਸੀ ਕਿਸੇ ਵੀ ਮੋਟਿਵ ਨੂੰ ਵਿੱਚ ਅੱਗੇ ਨਾ ਰੱਖਿਆ ਜਾਵੇ, ਤਾਂ ਉਹ ਨਿਰਪੱਖ ਜਾਂਚ ਹੀ ਆਪਾਂ ਨੂੰ ਦੱਸ ਪਾਏਗੀ ਕਿ ਕੀ ਇਹ ਘੁਟਾਲਾ ਸੀ ਕਿ ਨਹੀਂ ਸੀ। ਪਰ ਇਹ ਪੂਰੇ ਮਾਮਲੇ ਦੇ ਵਿੱਚ ਹੋਇਆ ਕੀ ਆ, ਉਹ ਪੂਰੀ ਵੀਡੀਓ ਦੇ ਵਿੱਚ, ਅੱਜ ਦੀ ਵੀਡੀਓ 'ਚ ਆਪਾਂ ਉਹ ਗੱਲ ਕਰਾਂਗੇ ਕਿ ਉਹ ਸਕੀਮ ਕਿਹੜੀ ਸੀ ਔਰ ਉਹਦੇ ਵਿੱਚ ਸਾਰੇ ਦੇ ਸਾਰੀਆਂ ਜਿਹੜੀਆਂ ਇਵੈਂਟਸ ਹੋਈਆਂ ਉਹ ਕਿਹੜੀਆਂ ਇਵੈਂਟਸ ਹੋਈਆਂ ਕਿ ਅੱਜ ਆਪਣੇ ਸਾਬਕਾ ਚੀਫ ਮਿਨਿਸਟਰ ਜੋ ਚਰਨਜੀਤ ਸਿੰਘ ਚੰਨੀ ਔਰ ਉਸ ਸਮੇਂ ਦੇ ਡਿਪਟੀ ਸੀਐਮ ਐਜ਼ ਵੈਲ ਐਜ਼ ਹੈਲਥ ਮਿਨਿਸਟਰ ਐਂਡ ਫੈਮਿਲੀ ਪਲਾਨਿੰਗ ਮਿਨਿਸਟਰ ਓਪੀ ਸੋਨੀ ਦੇ ਉੱਤੇ ਔਰ ਕੁਝ ਹੋਰ ਅਧਿਕਾਰੀਆਂ ਦੇ ਉੱਤੇ, ਪ੍ਰਾਈਵੇਟ ਕੰਪਨੀ ਦੇ ਉੱਤੇ ਅੱਜ ਸਵਾਲ ਉੱਠ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਸਕੀਮ ਜਿਹੜੀ ਹੈ 2018 ਦੇ ਵਿੱਚ ਲਾਂਚ ਕੀਤੀ ਗਈ ਸੀ। ਉਹਦਾ ਨਾਮ ਸੀ ਆਯੁਸ਼ਮਾਨ ਭਾਰਤ, ਹਿੰਦੀ ਦੇ ਵਿੱਚ ਨਾਮ ਹੈ। ਔਰ ਉਹ ਸਕੀਮ ਨੂੰ ਆਲ ਓਵਰ ਇੰਡੀਆ ਜਿੰਨੀਆਂ ਸਟੇਟਸ ਔਰ ਯੂਟੀਜ਼ ਉਹਦੇ ਵਿੱਚ ਲਾਗੂ ਕਰਨ ਦਾ ਅੱਗੇ ਫਰਦਰ ਹਿਦਾਇਤਾਂ ਜਾਰੀ ਕਰਤੀਆਂ ਗਈਆਂ ਸੀ। ਇਹ ਜਿਹੜੀ ਯੋਜਨਾ ਸੀ ਕੀ ਸੀ ਕਿ ਇਹ ਜਿਹੜੇ ਲੋਕ ਹੈ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਲੋਕਾਂ ਨੂੰ ਬੀਮਾ ਦੇਣਾ, ਸਿਹਤ ਬੀਮਾ ਦੇਣਾ ਕਿ ਇਨ ਕੇਸ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਸਿਹਤ ਦੇ ਰਿਗਾਰਡਿੰਗ ਤਾਂ 5 ਲੱਖ ਰੁਪਏ ਤੱਕ ਦਾ ਉਹਨਾਂ ਨੂੰ ਬੀਮਾ ਜਿਹੜਾ ਉਹ ਮਿਲੇਗਾ। ਮਤਲਬ ਉਹਨਾਂ ਦਾ ਸਾਰਾ ਬਿੱਲ ਸਰਕਾਰ ਪੇ ਕਰੇਗੀ ਜਿੰਨਾ 5 ਲੱਖ ਤੱਕ ਦਾ ਬਣਦਾ। ਪਲੱਸ ਇਹਦੇ ਵਿੱਚ ਬਹੁਤ ਹੋਰ ਵੀ ਫੈਸਿਲਿਟੀ ਸੀਗੀਆਂ, ਟੋਟਲੀ ਕੈਸ਼ਲੈਸ ਔਰ ਪੇਪਰਲੈਸ ਸੀ। ਇਹਦੇ ਲਈ ਕਾਰਡ ਬਣਦੇ ਸੀ, ਉਹ ਕਾਰਡ ਫੋਲੋ ਹੁੰਦੇ ਸੀ। ਪੰਜਾਬ ਸਰਕਾਰ ਨੇ ਉਹ ਆਯੁਸ਼ਮਾਨ ਭਾਰਤ ਨਾਮ ਦੀ ਸਕੀਮ ਨੂੰ ਲਾਗੂ ਨਹੀਂ ਸੀ ਕੀਤਾ। ਪੰਜਾਬ ਸਰਕਾਰ ਦੇ ਕੋਲ ਇੱਕ ਆਲਰੇਡੀ ਹੀ ਭਗਤ ਪੂਰਨ ਸਿੰਘ ਦੇ ਨਾਮ ਤੋਂ ਇੱਕ ਹੈਲਥ ਬੀਮਾ ਯੋਜਨਾ ਚੱਲਦੀ ਪਈ ਸੀ, ਜਿਹਦੇ ਵਿੱਚ ਕਾਫੀ ਪਰਿਵਾਰਾਂ ਨੂੰ, ਮੇਰੇ ਅਨੁਮਾਨ ਦੇ ਅਕੋਰਡਿੰਗ 26 ਲੱਖ ਦੇ ਕਰੀਬ ਪਰਿਵਾਰਾਂ ਨੂੰ ਜਿਹੜਾ ਬੀਮਾ ਯੋਜਨਾ ਦੇ ਵਿੱਚ ਲਿਆਂਦਾ ਗਿਆ ਸੀ, ਜਿਨ੍ਹਾਂ ਨੂੰ 50,000 ਰੁਪਇਆ ਮਿਲਦਾ ਸੀ। ਪਰ ਇਹ ਜਿਹੜੀ ਪ੍ਰਧਾਨ ਮੰਤਰੀ ਮੋਦੀ ਦੀ ਸਕੀਮ ਸੀ ਉਹਦੇ ਵਿੱਚ 5 ਲੱਖ ਰੁਪਏ ਦਾ ਬੀਮਾ ਸੀ। ਪੰਜਾਬ ਸਰਕਾਰ, ਕੈਪਟਨ ਅਮਰਿੰਦਰ ਸਿੰਘ ਜੀ ਚੀਫ ਮਿਨਿਸਟਰ ਹੁੰਦੇ ਆ 2019 ਦੇ ਵਿੱਚ, ਪਹਿਲਾਂ ਤੋਂ ਮਨਾ ਕਰਦੇ ਆ, ਸਕੀਮ ਦਾ ਹਿੱਸਾ ਨਹੀਂ ਬਣਦੇ। ਪਰ ਇਸ ਸਕੀਮ ਨੂੰ ਜਿਹੜੀ ਸੈਂਟਰ ਸਰਕਾਰ ਵੱਲੋਂ ਚਲਾਈ ਗਈ ਸੀ ਆਯੁਸ਼ਮਾਨ ਭਾਰਤ, ਉਹਨੂੰ ਥੋੜਾ ਜਿਹਾ ਚੇਂਜ ਕਰਕੇ ਆਪਣੇ ਪੰਜਾਬ ਦੇ ਮਾਹੌਲ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਦੇ ਹੋਏ ਇੱਕ ਨਵੀਂ ਯੋਜਨਾ ਦੇ ਰੂਪ ਦੇ ਵਿੱਚ ਨਵੰਬਰ 2019 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਲਾਂਚ ਕਰ। ਇਹਦੇ ਵਿੱਚ ਟਾਰਗੇਟ ਰੱਖਿਆ ਜਾਂਦਾ ਕਿ 65% ਪੋਪੂਲੇਸ਼ਨ ਪੰਜਾਬ ਦੀ ਨੂੰ ਇਹਦੇ ਵਿੱਚ ਬੀਮਾ, ਸਿਹਤ ਬੀਮਾ ਦਿੱਤਾ ਜਾਏਗਾ। ਇਹਦੇ ਲਈ ਜਿਹੜੇ ਆਪਣੇ ਕਾਰਡ ਬਣਾਏ ਜਾਣਗੇ ਜਿਨ੍ਹਾਂ ਲੋਕਾਂ ਨੂੰ ਇਹ ਸਰਵਿਸ ਮਿਲੇਗੀ। ਇਹਦੇ ਵਿੱਚ 60 ਔਰ 40 ਦੀ ਰੇਸ਼ੋ ਦੇ ਨਾਲ ਜਿਹੜੇ ਫੰਡ ਆ ਉਹਨਾਂ ਦੀ ਕੰਟਰੀਬਿਊਸ਼ਨ ਹੋਣੀ ਸੀ। 60% ਜਿਹੜੀ ਆ ਉਹ ਸੈਂਟਰ ਤੋਂ ਆਉਣੀ ਸੀ, 40% ਜਿਹੜੀ ਆ ਉਹ ਸਟੇਟ ਨੇ ਪਾਉਣੀ ਸੀ। ਪਰ ਇਹਦੇ ਵਿੱਚ ਕੀ ਹੋਇਆ, ਪੰਜਾਬ ਦੇ ਵਿੱਚ 60-40 ਚੱਲਦਾ ਸੀ, ਪਰ ਕੁਝ ਕੇਸਾਂ ਦੇ ਵਿੱਚ ਉਹ ਕੇਸ ਕਿੰਨੇ ਸੀ, ਸਿਰਫ 16 ਲੱਖ ਦੇ ਲਗਭਗ ਜਿਹੜੇ ਬਿਲੋ ਪੋਵਰਟੀ ਲਾਈਨ ਪਰਿਵਾਰ ਸੀ ਜਿਨ੍ਹਾਂ ਦਾ 60-40 ਰੇਸ਼ੋ ਦੇ ਵਿੱਚ ਡਿਸਟ੍ਰੀਬਿਊਟ ਹੁੰਦਾ ਸੀ। ਪਰ ਉਸ ਸਮੇਂ ਦੇ ਜਿਹੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆ ਉਹਨਾਂ ਵੱਲੋਂ 20 ਜਾਂ 25 ਲੱਖ ਇੱਦਾਂ ਦੇ ਹੋਰ ਜਿਹੜੇ ਲੋਕ ਸੀਗੇ ਉਹਨਾਂ ਨੂੰ ਵੀ ਇਹਦੇ ਵਿੱਚ ਮੈਂਬਰ ਬਣਾਇਆ ਗਿਆ ਜਿਨ੍ਹਾਂ ਨੂੰ ਸਿਹਤ ਬੀਮਾ ਦੇਣ ਦੀ ਜ਼ਰੂਰਤ ਸੀ ਔਰ ਉਹਨਾਂ ਦਾ ਸਾਰਾ ਖਰਚਾ ਸਟੇਟ ਵੱਲੋਂ ਚੱਲਣਾ ਸੀ। ਸੋ ਇੱਕ ਬਹੁਤ ਵੱਡੇ ਨੰਬਰ ਆ ਇਹਦੇ ਵਿੱਚ ਜਿਹੜੇ ਲੋਕਾਂ ਨੂੰ ਇਹ ਸਰਵਿਸਿਜ਼ ਸਿਹਤ ਬੀਮੇ ਦੀਆਂ ਮਿਲ ਰਹੀਆਂ ਸੀ। ਲਗਭਗ 46 ਲੱਖ ਦੇ ਕਰੀਬ ਨੇੜੇ ਨੰਬਰ ਆ ਜਿਨ੍ਹਾਂ ਲੋਕਾਂ ਨੂੰ ਇਹ ਸਰਵਿਸ ਦਾ ਫਾਇਦਾ ਹੁੰਦਾ ਸੀ। ਇਹ ਸਰਵਿਸ ਦੇ ਵਿੱਚ ਕੁਝ ਪੁਆਇੰਟ ਵਧੀਆ ਵੀ ਸੀ। ਵਧੀਆ ਇੱਦਾਂ ਸੀ ਕਿ ਕੈਸ਼ਲੈਸ, ਟੋਟਲੀ ਪੇਪਰਲੈਸ ਇੱਕ ਕਾਰਡ ਬਣਦਾ ਸੀ, ਉਹਦੇ ਵਿੱਚੋਂ ਹੀ ਅੱਗੇ ਸਰਕਾਰ ਪੇਮੈਂਟ ਕਰਦੀ ਸੀ। ਇਹਦੇ 'ਚ ਕੋਈ ਵੀ ਕਾਗਜ਼ਾਂ ਦਾ ਰੌਲਾ ਨਹੀਂ ਸੀ, ਕੋਈ ਵੀ ਦਸਤਖਤਾਂ 'ਤੇ ਸਾਈਨ ਕਰਨੇ ਜਾਂ ਪਹਿਲਾਂ ਆਪਣੀ ਜੇਬ 'ਚੋਂ ਭਰ ਦਿਓ, ਬਾਅਦ ਵਿੱਚ ਇੰਸ਼ੋਰੈਂਸ ਕੰਪਨੀ ਤੋਂ ਤੁਸੀਂ ਕਲੇਮ ਕਰ ਸਕਦੇ ਹੋ, ਇੱਦਾਂ ਦਾ ਰੌਲਾ ਨਹੀਂ ਸੀ। ਇਹਦੇ ਵਿੱਚ ਇੱਥੋਂ ਤੱਕ ਵੀ ਸਰਵਿਸਿਜ਼ ਦਿੱਤੀਆਂ ਗਈਆਂ ਪੰਜਾਬ ਦੇ ਲੋਕਾਂ ਨੂੰ ਕਿ ਅਗਰ ਤੁਹਾਨੂੰ ਕੋਈ ਪ੍ਰੀ ਐਗਜ਼ਿਸਟਿੰਗ ਬਿਮਾਰੀ ਆ ਉਹ ਵੀ ਇਸ ਇੰਸ਼ੋਰੈਂਸ ਦੇ ਵਿੱਚ ਕਵਰ ਹੋਏਗੀ। ਔਰ ਪਲੱਸ ਅਗਰ ਹਸਪੀਟਲ ਦੇ ਵਿੱਚ ਵੀ ਐਡਮਿਟ ਕਰਨਾ ਪੈ ਜਾਂਦਾ ਹੈ ਤਾਂ ਉੱਥੇ ਦਾ ਖਰਚਾ ਵੀ ਸਰਕਾਰ ਕਰੇਗੀ। ਔਰ ਇਸ ਤੋਂ ਇਲਾਵਾ ਪ੍ਰਾਈਵੇਟ ਹਸਪੀਟਲ ਦੀਆਂ ਵੀ ਔਰ ਸਰਕਾਰੀ ਹਸਪੀਟਲ 'ਚ ਵੀ ਦੋਨੋਂ ਥਾਵਾਂ ਤੇ ਇਹ ਸਿਹਤ ਬੀਮਾ ਜਿਹੜਾ ਇਹ ਲਾਗੂ ਹੁੰਦਾ ਸੀ। ਇਹ ਗੱਲ ਤੇ ਮੈਂ ਇਸ ਪੂਰਾ ਐਕਸਪਲੇਨ ਕਿਉਂ ਕੀਤਾ, ਕਿਉਂਕਿ ਮੇਰਾ ਟਾਰਗੇਟ ਉੱਥੇ ਤੁਹਾਨੂੰ ਇਹ ਦੱਸਣਾ ਹੈ ਕਿ ਇਹ ਜਿਹੜੀ ਸਰਵਿਸ ਸੀਗੀ ਇਹਦੇ ਨਾਲ ਆਪਣੇ ਪੰਜਾਬ ਦੇ 46 ਲੱਖ ਦੇ ਕਰੀਬ ਲੋਕਾਂ ਦਾ
ਫਾਇਦਾ ਹੋ ਰਿਹਾ ਸੀ। ਕੋਵਿਡ-19 ਦੇ ਵਿੱਚ ਵੀ 19,000 ਪੇਸ਼ੈਂਟ ਐਦਾਂ ਦੇ ਸੀ ਪੰਜਾਬ ਦੇ ਜਿਨ੍ਹਾਂ ਦਾ ਇਸ ਸਕੀਮ ਦੇ ਤਹਿਤ ਫ੍ਰੀ ਇਲਾਜ ਹੋਇਆ ਸੀ। ਇਸ ਤੋਂ ਇਲਾਵਾ ਸਰਕਾਰੀ ਡਾਟਾ ਕਹਿੰਦਾ ਹੈ ਕਿ ਸਾਲ 2020 ਤੇ 2021 ਦੇ ਵਿੱਚ 7 ਲੱਖ ਲੋਕਾਂ ਨੇ ਇਸ ਯੋਜਨਾ ਦੇ ਤਹਿਤ ਆਪਣਾ ਫ੍ਰੀ ਇਲਾਜ ਕਰਾਇਆ। ਹੁਣ ਇਹ ਪੂਰੀ ਸਕੀਮ ਜਿਹੜੀ ਹੈ ਪ੍ਰੈਕਟੀਕਲੀ ਕੰਮ ਕਿਵੇਂ ਕਰਦੀ ਸੀ, ਇਹ ਪ੍ਰੈਕਟੀਕਲੀ ਪੋਸੀਬਲ ਕਰਨ ਦੇ ਲਈ ਇੰਸ਼ੋਰੈਂਸ ਦੀ ਸਾਰੀ ਸਕੀਮ ਨੂੰ ਇੱਕ ਪ੍ਰਾਈਵੇਟ ਕੰਪਨੀਆਂ ਨੂੰ ਹਾਇਰ ਕੀਤਾ ਜਾਂਦਾ ਸੀ। ਉਹਨਾਂ ਨੂੰ ਟੈਂਡਰ ਦੇ ਕੇ ਬਕਾਇਦਾ ਜਿਹੜਾ ਉਹਨਾਂ ਨਾਲ ਇੱਕ ਕੰਟਰੈਕਟ ਸਾਈਨ ਕੀਤਾ ਜਾਂਦਾ ਸੀ ਔਰ ਉਸ ਕੰਪਨੀ ਨੂੰ ਆਪਣੀ ਸੈਂਟਰ ਦੀ ਸਰਕਾਰ ਔਰ ਸਟੇਟ ਦੀ ਸਰਕਾਰ ਆਪਣਾ ਬਣਦਾ ਹਿੱਸਾ ਪਾ ਕੇ ਪੇਮੈਂਟ ਕਰਦੀ ਸੀ, ਜਿਹੜੀ ਪੇਮੈਂਟ ਹਰ 6 ਮਹੀਨਿਆਂ ਬਾਅਦ ਕੀਤੀ ਜਾਂਦੀ ਸੀ। ਇਸ ਕੇਸ ਦੇ ਵਿੱਚ ਜਿਹੜੀ ਇਸ ਕੰਪਨੀ ਦਾ ਹੁਣ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਯੋਜਨਾ ਸਿਹਤ ਬੀਮਾ ਯੋਜਨਾ ਦਾ ਰੌਲਾ, ਇਹਦੇ ਵਿੱਚ ਹਰ 6 ਮਹੀਨੇ ਬਾਅਦ 458 ਕਰੋੜ ਤੋਂ ਵੀ ਵੱਧ ਦੀ ਜਿਹੜੀ ਕਿਸ਼ਤ ਆ ਉਸ ਪ੍ਰਾਈਵੇਟ ਕੰਪਨੀ ਨੂੰ ਦਿੱਤੀ ਜਾਂਦੀ ਸੀ। ਹੁਣ ਉਸ ਪ੍ਰਾਈਵੇਟ ਕੰਪਨੀ ਦਾ ਕੰਟਰੈਕਟ ਸਰਕਾਰ ਵੱਲੋਂ ਕਿਉਂ ਇਮੀਡੀਏਟਲੀ ਕੈਂਸਲ ਕਰ ਦਿੱਤਾ ਗਿਆ ਜਦੋਂ ਉਸ ਕੰਪਨੀ ਦੇ ਕਈ ਮਹੀਨੇ ਹਜੇ ਰਹਿੰਦੇ ਸੀ? ਉਹਦਾ ਕਾਰਨ ਸਰਕਾਰ ਵੱਲੋਂ ਇਹ ਤਰਕ ਦਿੱਤਾ ਗਿਆ ਕਿ ਕਿਉਂਕਿ ਇਹ ਜਿਹੜੀ ਕੰਪਨੀ ਸੀ ਇਹ ਹਸਪੀਟਲਸ ਦਾ ਜਿਹੜਾ ਬਣਦਾ ਕਲੇਮ ਜਿਹੜਾ ਲੋਕਾਂ ਦੇ ਇਲਾਜ ਦਾ ਪੈਸਾ ਇਸ ਪ੍ਰਾਈਵੇਟ ਇੰਸ਼ੋਰੈਂਸ ਕੰਪਨੀ ਨੇ ਦੇਣਾ ਸੀ ਉਹ ਦੇ ਨਹੀਂ ਸੀ ਪਾ ਰਹੀ। ਇਸ ਕਰਕੇ ਹਸਪੀਟਲ ਜਿਹੜੇ ਸੀ ਉਹਨਾਂ ਦੀ ਕੰਪਲੇਂਟ ਸੀ, ਉਹਨਾਂ ਦੀ ਨਾਰਾਜ਼ਗੀ ਸੀ। ਇਹਦੇ ਵਿੱਚ ਇੱਥੇ ਇਹ ਵੀ ਮੈਨੂੰ ਰਿਪੋਰਟ ਕਰਦੇ ਸਾਹਮਣੇ ਆਇਆ ਕਿ ਜੋ ਪੰਜਾਬ ਸਰਕਾਰ ਸੀ 2021 ਦੀ, ਉਹਦੇ ਵੱਲੋਂ ਕਈ ਕੋਸ਼ਿਸ਼ਾਂ ਇਦਾਂ ਦੀਆਂ ਕੀਤੀਆਂ ਗਈਆਂ ਕਿ ਇਹ ਜਿਹੜਾ ਕੰਟਰੈਕਟ ਹੈ ਜਾਂ ਜਿਹੜੇ 45.6 ਲੱਖ ਲੋਕ ਆ ਇਹਨਾਂ ਨੂੰ ਹੈਲਥ ਸਰਵਿਸਿਜ਼ ਜਿਹੜੀਆਂ ਮਿਲਣੀਆਂ ਆ, ਇੰਸ਼ੋਰੈਂਸ ਦੀਆਂ ਸਰਵਿਸਿਜ਼ ਮਿਲਣੀਆਂ, ਉਹ ਘੱਟੋ ਘੱਟ ਵੋਟਾਂ ਵਾਲੇ ਦਿਨ ਤੱਕ ਤਾਂ ਮਿਲਣ, ਜਦੋਂ ਅਗਲੀ ਸਰਕਾਰ ਆਏਗੀ ਦੇਖੀ ਜਾਏਗਾ। ਬਟ ਉਹ ਕੰਪਨੀ ਵੱਲੋਂ ਇਹੀ ਦਿਖਾਇਆ ਗਿਆ ਕਿ ਕੰਪਨੀ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ ਆ, ਇਸ ਕਰਕੇ ਅਸੀਂ ਇਸ ਕੰਟਰੈਕਟ ਨੂੰ ਟਰਮੀਨੇਟ ਕਰਨਾ ਚਾਹੁੰਦੇ ਹਾਂ। ਕੰਪਨੀ ਜਿਹੜੀ ਸੀ ਪ੍ਰਾਈਵੇਟ ਕੰਪਨੀ SBI GICC, SBI ਆਪਾਂ ਜਾਣਦੇ ਹਾਂ ਸਟੇਟ ਬੈਂਕ ਆਫ ਇੰਡੀਆ, ਜਨਰਲ ਇੰਸ਼ੋਰੈਂਸ ਕੰਪਨੀ। ਹੁਣ ਇੱਦਾਂ ਲੱਗਦਾ ਹੈ ਕਿ ਇਹ ਸਰਕਾਰੀ ਕੰਪਨੀ ਇਹਦੇ ਵਿੱਚ SBI ਆ ਗਿਆ, ਬਟ ਅਸਲ ਦੇ ਵਿੱਚ SBI GIC ਇੱਕ ਪ੍ਰਾਈਵੇਟ ਜਾਂ ਇੱਕ ਜੁਆਇੰਟ ਵੈਂਚਰ ਆ ਜਿਹਦੇ ਵਿੱਚ GIC ਜਿਹੜੀ ਕੰਪਨੀ ਆ ਜਨਰਲ ਇੰਸ਼ੋਰੈਂਸ ਦੇ ਵਿੱਚ, ਇਹ ਜਿਹੜੀ SBI ਦਾ ਕੰਮ ਆ ਇਹਦੇ ਵਿੱਚ ਆਸਟ੍ਰੇਲੀਅਨ ਗਰੁੱਪ ਆ, ਇੱਕ ਜਿਹੜੀ ਫੋਰਨ ਦੀ ਕੰਪਨੀ ਆ ਜਿਹਦੀਆਂ ਇਹਦੇ ਵਿੱਚ ਇਨਵੈਸਟਮੈਂਟਸ ਆ ਜਿਹੜੀਆਂ ਐਕਸਿਸ ਬੈਂਕ ਦੇ ਰੂਪ ਦੇ ਵਿੱਚ ਵੀ ਇੰਡੀਆ 'ਚ ਕੰਮ ਕਰਦੀਆਂ। ਸੋ ਇੱਕ ਪ੍ਰਾਈਵੇਟ ਫਰਮ ਸੀ। ਇਸ ਪ੍ਰਾਈਵੇਟ ਫਰਮ ਨੇ ਸਰਕਾਰ ਨੂੰ ਕਿਹਾ ਕਿ ਸਾਨੂੰ ਬਹੁਤ ਲਾਸ ਪੈ ਰਿਹਾ, ਸਾਨੂੰ ਬਹੁਤ ਘਾਟਾ ਪੈ ਰਿਹਾ, ਅਸੀਂ ਨਹੀਂ ਪੇਮੈਂਟ ਕਰ ਪਾਵਾਂਗੇ, ਬਹੁਤ ਪ੍ਰੋਬਲਮਸ ਆ। ਸਰਕਾਰ ਨੇ ਵੀ ਕਿਹਾ ਤੁਸੀਂ ਹਸਪੀਟਲਸ ਵਾਲਿਆਂ ਨੂੰ ਤੰਗ ਕਰਦੇ ਹੋ ਔਰ ਇਮੀਡੀਏਟਲੀ ਇਸ ਕੰਟਰੈਕਟ ਨੂੰ ਖਤਮ ਕਰ ਦਿੱਤਾ ਗਿਆ। ਹੁਣ ਇਸ ਕੰਟਰੈਕਟ ਦੇ ਖਤਮ ਕਰਨ ਦੇ ਵਿੱਚ ਪ੍ਰੋਬਲਮ ਕਿੱਥੇ ਸੀ, ਜਿਹੜੀਆਂ ਪ੍ਰੋਬਲਮਸ ਦਾ ਅੱਜ ਇਸ਼ੂ ਬਣ ਰਿਹਾ ਔਰ ਉਸ ਸਮੇਂ ਦੇ ਮੌਜੂਦਾ ਚੀਫ ਮਿਨਿਸਟਰ ਔਰ ਸਰਕਾਰ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਸ਼ੱਕ ਦੀਆਂ ਸੂਈਆਂ ਆ ਰਹੀਆਂ ਨੇ। ਉਹਨਾਂ ਦੇ ਉੱਤੇ ਇਸ ਸਮੇਂ ਇੱਦਾਂ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਕਿ ਕੋਈ ਇਹਦੇ ਵਿੱਚ ਘਪਲਾ ਹੋਇਆ ਹੋਏਗਾ ਜਾਂ ਉਸ ਸਮੇਂ ਦੀ ਸਰਕਾਰ ਵੱਲੋਂ ਇਸ ਕੰਪਨੀ ਨੂੰ, ਜੋ ਕਿ ਇੱਕ ਸੈਮਾਈ ਪ੍ਰਾਈਵੇਟ ਆ, ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਫਾਇਦਾ ਪਹੁੰਚਾਇਆ ਗਿਆ ਇਮੀਡੀਏਟਲੀ ਕੰਟਰੈਕਟ ਟਰਨ ਆਊਟ ਕਰਕੇ, ਕਿਉਂਕਿ ਇਹਦੇ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਤੇ 600-700 ਕਰੋੜ ਤੱਕ ਦਾ ਅਨੁਮਾਨ ਹੈ ਕਿ ਵਿੱਤੀ ਬੋਝ ਐਕਸਟਰਾ ਆਏਗਾ। ਸਭ ਤੋਂ ਪਹਿਲੀ ਪ੍ਰੋਬਲਮ ਇਹ ਹੈ ਕਿ ਅਗਰ ਪੰਜਾਬ ਸਰਕਾਰ ਇਹ ਲੌਜਿਕ ਦਿੰਦੀ ਸੀ ਉਸ ਸਮੇਂ ਦੀ ਕਿ ਹਸਪੀਟਲਸ ਨੂੰ ਬੇਫਾਲਤੂ ਦੇ ਵਿੱਚ ਸਕਰੂਟੀਨਾਈਜ਼ ਕਰਦੀ ਸੀ ਇਹ ਕੰਪਨੀ ਇੰਸ਼ੋਰੈਂਸ ਦਾ ਪੈਸਾ ਭਰਨ ਤੋਂ ਪਹਿਲਾਂ, ਜਾਂ ਉਹਨਾਂ ਦੀ ਪੇਮੈਂਟਸ ਡਿਲੇ ਹੁੰਦੀਆਂ ਸੀ, 15 ਦਿਨਾਂ ਦਾ ਜੋ ਨਿਰਧਾਰਿਤ ਸਮਾਂ ਹੈ ਉਹਦੇ ਵਿੱਚ ਪੇਮੈਂਟ ਹਸਪੀਟਲਸ ਨੂੰ ਨਹੀਂ ਜਾਂਦੀ ਸੀ, ਇਸ ਕਰਕੇ ਇਸ ਕੰਪਨੀ ਨਾਲ ਠੇਕਾ ਖਤਮ ਕੀਤਾ ਗਿਆ। ਤਾਂ ਇੱਥੇ ਸਵਾਲ ਉੱਠਦਾ ਹੈ ਕਿ ਫਿਰ ਇਸ ਕੰਪਨੀ ਨੂੰ ਪੈਨਲਟੀ ਕਿਉਂ ਨਹੀਂ ਲਾਈ, ਕਿਸੇ ਤਰ੍ਹਾਂ ਦਾ ਕੋਈ ਜੁਰਮਾਨਾ ਕਿਉਂ ਨਹੀਂ ਲਗਾਇਆ ਗਿਆ? ਇਹਨਾਂ ਦਾ ਕੰਟਰੈਕਟ ਠੇਕਾ ਇਮੀਡੀਏਟਲੀ ਖਤਮ ਕਰਕੇ ਇਹਨਾਂ ਨੂੰ ਸਾਰੀਆਂ ਲਾਇਬਿਲਿਟੀਜ਼ ਤੋਂ ਮੁਕਤ ਕਿਉਂ ਕਰ ਦਿੱਤਾ ਗਿਆ? ਵੈਸੇ ਇਹਦੇ ਵਿੱਚ ਦੋ ਗੱਲਾਂ ਹੈਗੀਆਂ। ਪਹਿਲੀ ਗੱਲ ਇਹ ਕਿ ਜਦੋਂ ਕੋਈ ਵੀ ਠੇਕਾ ਖਤਮ ਕਰਨਾ ਹੋਵੇ ਤਾਂ ਘੱਟੋ ਘੱਟ 30 ਦਿਨ ਪਹਿਲਾਂ ਉਸ ਚੀਜ਼ ਦਾ ਟਾਈਮ ਦੇਣਾ ਪੈਂਦਾ ਹੈ, ਜਿਸ ਤੋਂ ਬਾਅਦ 30 ਦਿਨਾਂ ਬਾਅਦ ਫਿਰ ਜਾ ਕੇ ਠੇਕਾ ਖਤਮ ਕੀਤਾ ਜਾਂਦਾ ਹੈ। ਉਹਦੇ ਵਿੱਚ ਬਹੁਤ ਚੀਜ਼ਾਂ ਨੂੰ ਚੈੱਕ ਕਰਨਾ ਪੈਂਦਾ। ਦੂਜੀ ਗੱਲ ਇਹ ਹੈ ਕਿ ਜਦੋਂ ਕਿਸੇ ਕੰਪਨੀ ਦਾ ਠੇਕਾ ਹੀ ਖਤਮ ਹੋ ਗਿਆ ਕਿਸੇ ਦੇ ਨਾਲ ਕਾਗਜ਼ੀ ਤੌਰ ਤੇ, ਤਾਂ ਉਹਦੀਆਂ ਜੋ ਵੀ ਲਾਇਬਿਲਿਟੀਜ਼ ਆ ਉਹ ਖਤਮ ਹੋ ਗਈਆਂ। ਪੰਜਾਬ ਸਰਕਾਰ ਦੇ ਲਈ ਉਹਨੇ ਕਿੰਨਾ ਵੀ ਪੈਸਾ ਦੇਣਾ ਹੋਵੇ, ਜੋ ਮਰਜ਼ੀ ਸੀਗਾ, ਉਹ ਸਾਰੀਆਂ ਸਰਵਿਸਿਜ਼ ਠੇਕਾ ਖਤਮ ਹੁੰਦਿਆਂ ਹੀ ਖਤਮ ਹੋ ਗਈਆਂ। ਸੋ ਕੰਪਨੀ ਫ੍ਰੀ ਆਫ ਲਾਇਬਿਲਿਟੀਜ਼ ਹੋ ਗਈ। ਇੱਥੇ ਹੁਣ ਅਗਲਾ ਸਵਾਲ ਵੀ ਆਉਂਦਾ ਹੈ ਕਿ ਜਿਹੜਾ 600 ਔਰ 700 ਕਰੋੜ ਦੀ ਗੱਲ ਕਹੀ ਜਾ ਰਹੀ ਹੈ ਵੀ ਪੰਜਾਬ ਦੇ ਬਜਟ ਦੇ ਉੱਤੇ ਇੱਕ ਤਰ੍ਹਾਂ ਨਾਲ ਲਾਸ ਹੈ, ਇੱਕ ਬੋਝ ਪਏਗਾ, ਉਹਦੇ ਵਿੱਚ ਜਿਹੜੀ ਜਦੋਂ ਇੱਕ ਕੰਟਰੈਕਟ ਖਤਮ ਕੀਤਾ ਗਿਆ ਪ੍ਰਾਈਵੇਟ, ਉਸ ਟਾਈਮ ਇਸ ਕੰਪਨੀ ਨੂੰ ਨੋ ਆਬਜੈਕਸ਼ਨ ਸਰਟੀਫਿਕੇਟ ਵਗੈਰਾ ਜੋ ਨਾਰਮਲ ਇੱਕ ਰੂਟੀਨ ਹੈ ਜਿਹੜਾ ਹਰ ਇੱਕ ਚੀਜ਼ ਦੇ ਵਿੱਚ ਲੈਣਾ ਪੈਂਦਾ, ਕੀ ਉਹ ਲਿਆ ਗਿਆ ਸੀ? ਅਗਰ ਉਹ ਨੋ ਆਬਜੈਕਸ਼ਨ ਸਰਟੀਫਿਕੇਟ ਲਿਆ ਗਿਆ ਹੁੰਦਾ ਤਾਂ ਫਿਰ ਇਹ 600-700 ਕਰੋੜ ਦਾ ਜੋ ਐਕਸਟਰਾ ਲਾਸ ਹੈ ਪੰਜਾਬ ਸਰਕਾਰ ਤੇ ਖਜ਼ਾਨੇ ਦੇ ਉੱਤੇ, ਉਹਨੂੰ ਵੀ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਸੀ। ਔਰ ਫਿਰ ਇਹ ਕੰਟਰੈਕਟ ਜਿਹੜਾ ਇਹ ਖਤਮ ਕਰਨਾ ਆਸਾਨ ਨਹੀਂ ਸੀ ਹੋਣਾ ਇਸ ਕੰਪਨੀ ਦੇ ਲਈ, ਕਿਉਂਕਿ ਸਰਕਾਰ ਇਸ ਕੰਪਨੀ ਨੂੰ ਵੀ ਬਣਦੀ ਪੇਮੈਂਟ ਜਾਂ ਜੋ ਵੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਉੱਥੇ ਪੂਰੀਆਂ ਕਰਨੀਆਂ ਬਣਦੀਆਂ ਸੀ। ਇੱਥੇ ਖਾਸ ਤੌਰ ਤੇ ਤੀਸਰਾ ਪ੍ਰੋਬਲਮ ਜੋ ਇਹਦੇ ਵਿੱਚ ਕਹੀ ਜਾ ਰਹੀ ਉਹ ਇਹ ਹੈ ਕਿ
ਜਿਹੜੇ ਪੰਜਾਬ ਦਾ ਰੈਵਨਿਊ ਡਿਪਾਰਟਮੈਂਟ ਆ ਉਹਨੂੰ ਵੀ ਇਸ ਚੀਜ਼ ਦੀ ਪਰਮਿਸ਼ਨ ਨਹੀਂ ਲਈ ਗਈ ਉਹਨਾਂ ਕੋਲੋਂ ਕਿ ਕੀ ਅਸੀਂ ਇਸ ਕੰਟਰੈਕਟ ਨੂੰ ਰੱਦ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ। ਸਿੰਪਲੀ ਰੱਦ ਕਰ ਦਿੱਤਾ ਗਿਆ। ਈਵਨ ਜਿਹੜੇ ਆਪਣੇ ਹੈਲਥ ਦੇ ਸੈਕਟਰੀ ਸੀਗੇ ਮੇਨ ਜਿਹੜੇ IAS ਆਫਿਸਰ ਬਿਊਰੋਕਰੇਟ ਜੋ ਸਾਰਾ ਕੁਝ ਮੈਨੇਜ ਕਰਦੇ ਆ ਅਸਲ ਦੇ ਵਿੱਚ, ਉਹਨਾਂ ਦੀ ਵੀ ਪਰਮਿਸ਼ਨ ਲੈਣੀ ਇੱਥੇ ਜ਼ਰੂਰੀ ਨਹੀਂ ਸਮਝੀ ਗਈ। ਸਿੰਪਲੀ ਬੰਦ ਕਮਰਿਆਂ 'ਚ ਬੈਠ ਕੇ ਇਸ ਕੰਟਰੈਕਟ ਨੂੰ ਖਤਮ ਕਰ ਦਿੱਤਾ ਗਿਆ। ਇਸ ਠੇਕੇ ਨੂੰ ਇਮੀਡੀਏਟਲੀ ਖਤਮ ਕਰਨ ਦੇ ਨਾਲ ਔਰ ਫਾਈਨੈਂਸ ਡਿਪਾਰਟਮੈਂਟ ਦੇ ਨਾਲ ਜਾਂ ਪ੍ਰਿੰਸੀਪਲ ਸੈਕਟਰੀ ਦੇ ਨਾਲ ਜਾਂ ਪੂਰੀ NOC ਦਾ ਪ੍ਰੋਸੀਜਰ ਫੋਲੋ ਨਾ ਕਰਨ ਦੇ ਕਰਕੇ ਇੱਕ ਤਰ੍ਹਾਂ ਦੇ ਨਾਲ ਅੱਜ ਵੀ ਪੰਜਾਬ ਸਰਕਾਰ ਦਾ ਤੁਸੀਂ ਸੁਣਿਆ ਹੋਏਗਾ, ਜਦੋਂ ਪੰਜਾਬ ਦੇ ਜਿਹੜੇ ਹੁਣ ਵਿਜੇ ਸਿੰਗਲਾ ਜਿਹੜੇ ਆਮ ਆਦਮੀ ਪਾਰਟੀ ਦੇ ਹੈਲਥ ਮਿਨਿਸਟਰ ਸੀ, ਜਿਹੜੇ ਹੁਣ ਭ੍ਰਿਸ਼ਟਾਚਾਰ ਦੇ ਆਰੋਪਾਂ ਦੇ ਵਿੱਚ ਜੇਲ੍ਹ ਦੇ ਵਿੱਚ ਆ, ਉਹਨਾਂ ਵੱਲੋਂ ਇੱਕ ਬਿਆਨ ਵੀ ਆਇਆ ਸੀ ਕਿ 250 ਕਰੋੜ ਰੁਪਏ ਦੀ ਅਦਾਇਗੀ ਜਿਹੜੀ ਆ ਹਸਪੀਟਲਸ ਦੀ ਉਹ ਪੰਜਾਬ ਸਰਕਾਰ ਆਪਣੇ ਪੱਲੇ ਤੋਂ ਕਰੇਗੀ। ਜਿਵੇਂ ਸਰਕਾਰਾਂ ਦੀ ਔਰ ਪੋਲੀਟੀਕਲ ਪਾਰਟੀਆਂ ਦੀ ਆਦਤ ਹੁੰਦੀ ਆ ਵੀ ਛੋਟੀ ਛੋਟੀ ਚੀਜ਼ ਨੂੰ ਬਹੁਤ ਪਬਲਿਸਾਈਜ਼ ਕਰਨਾ, ਉਸੇ ਤਰ੍ਹਾਂ ਇਹ ਵੀ ਪਬਲਿਸਾਈਜ਼ ਕੀਤੇ ਗਏ ਸੀ, ਪੂਰੀ ਮਾਰਕੀਟਿੰਗ ਕੀਤੀ ਗਈ ਸੀ ਕਿ ਪੰਜਾਬ ਦੇ ਲੋਕਾਂ ਨੂੰ ਸਮਾਰਟ ਕਾਰਡ ਜਿਹੜੇ ਸਿਹਤ ਬੀਮਾ ਯੋਜਨਾ ਦੇ ਉਹ ਦਿੱਤੇ ਗਏ ਨੇ ਔਰ ਉਹਨਾਂ ਦੇ ਵਿੱਚ ਇਲਾਜ ਹੁੰਦਾ। ਬਟ ਗਰਾਊਂਡ ਲੈਵਲ ਤੇ ਲੋਕ ਅੱਜ ਵੀ ਪਰੇਸ਼ਾਨ ਆ। ਲੋਕ ਉਸ ਟਾਈਮ ਵੀ ਪਰੇਸ਼ਾਨ ਸੀ ਜਦੋਂ ਇਹ ਸਕੀਮ ਚੱਲਦੀ ਪਈ ਸੀ। ਆਮ ਆਦਮੀ ਪਾਰਟੀ ਸਰਕਾਰ ਆਈ ਹੈ ਤਾਂ ਇਸ ਸਕੀਮ ਦੇ ਵਿੱਚ ਇੱਕ ਤਰ੍ਹਾਂ ਖਬਰਾਂ ਦੇ ਵਿੱਚ ਤਾਂ ਪੜ੍ਹਨ ਨੂੰ ਇਹੀ ਆਉਂਦਾ ਹੈ ਕਿ ਇਹ ਸਕੀਮ ਚਾਲੂ ਹੈ, ਇਹਦੇ ਵਿੱਚ ਲੋਕ ਜਾ ਕੇ ਆਪਣਾ ਇਲਾਜ ਕਰਾ ਸਕਦੇ ਆ। ਬਟ ਧਰਾਤਲ ਦੇ ਉੱਤੇ ਲੋਕਾਂ ਨੂੰ ਬਹੁਤ ਪ੍ਰੋਬਲਮਸ ਜਿਹੜੀਆਂ ਆ, ਉਹ ਬਿਮਾਰ ਉਹ ਜਿਹੜੇ ਮਰੀਜ਼ ਲੋਕ ਨੇ ਜਿਨ੍ਹਾਂ ਨੂੰ ਹਸਪੀਟਲ ਜਾਣਾ ਪੈਂਦਾ ਸਿਹਤ ਦੀ ਬਿਮਾਰੀ ਕਰਕੇ, ਉਹਨਾਂ ਨੂੰ ਬਹੁਤ ਪ੍ਰੋਬਲਮਸ ਜਿਹੜੀਆਂ ਉੱਥੇ ਫੇਸ ਕਰਨੀਆਂ ਪੈਂਦੀਆਂ। ਉਸ ਤੋਂ ਇਲਾਵਾ ਇਹਦੇ ਵਿੱਚ ਚਰਨਜੀਤ ਸਿੰਘ ਚੰਨੀ ਸਰਕਾਰ ਦੇ ਟਾਈਮ ਜਦੋਂ ਇਸ ਠੇਕੇ ਨੂੰ ਖਤਮ ਕੀਤਾ ਗਿਆ, ਉਸ ਟਾਈਮ ਇੱਕ ਪ੍ਰਾਈਵੇਟ ਵਕੀਲ ਦੀ ਸਲਾਹ ਲਈ ਗਈ। ਉਸ ਪ੍ਰਾਈਵੇਟ ਵਕੀਲ ਨੂੰ ਵੀ 2 ਲੱਖ ਰੁਪਇਆ ਐਕਸਟਰਾ ਪੇ ਕੀਤਾ ਗਿਆ। ਹੁਣ ਇੱਥੇ ਇਹ ਵੀ ਇੱਕ ਪ੍ਰੋਬਲਮ ਖੜੀ ਕੀਤੀ ਜਾ ਸਕਦੀ ਹੈ ਜੋ ਹੋ ਰਹੀ ਹੈ ਕਿ ਪ੍ਰਾਈਵੇਟ ਵਕੀਲ ਦੀ ਸਲਾਹ ਲੈਣ ਦੀ ਕੀ ਜ਼ਰੂਰਤ ਸੀ, ਕਿਉਂਕਿ ਪੰਜਾਬ ਸਰਕਾਰ ਦਾ ਤਾਂ ਆਪਣਾ ਇੱਕ ਵਕੀਲਾਂ ਦਾ ਡਿਪਾਰਟਮੈਂਟ ਆ ਜਿਹਦੇ ਵਿੱਚ ਐਡਵੋਕੇਟ ਜਨਰਲ ਜਿਹੜੇ ਆ ਉਹਨੂੰ ਲੀਡ ਕਰਦੇ ਨੇ। ਇਸ ਠੇਕੇ ਨੂੰ ਖਤਮ ਕਰਨ ਤੋਂ ਬਾਅਦ ਇੱਕ ਨਵਾਂ ਟੈਂਡਰ ਕੱਢਿਆ ਤਾਂ ਗਿਆ, ਪਰ ਉਸ ਟੈਂਡਰ ਦੇ ਵਿੱਚ ਜੋ ਮਿਨੀਮਮ ਅਮਾਉਂਟ ਪਰ ਬੈਨੀਫੀਸ਼ਰੀ ਜੋ ਭਰਨ ਦੀ ਸਰਕਾਰ ਦੇ ਕੋਲ ਆਫਰ ਆਈ ਸੀ ਉਹ ਸੀ 3000 ਰੁਪਇਆ। ਔਰ ਇਸ ਠੇਕੇ ਨੂੰ ਜਿਹੜਾ ਉਹ ਰੱਦ ਹੋਇਆ, ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਉਹਦੇ ਵਿੱਚ 1050 ਰੁਪਏ ਸਰਕਾਰ ਨੂੰ ਭਰਨੇ ਪੈਂਦੇ ਸੀ। ਸੋ ਇੱਕ ਤਰ੍ਹਾਂ ਨਾਲ 3 ਗੁਣਾ ਵੱਧ ਕੇ ਪਰ ਬੈਨੀਫੀਸ਼ਰੀ ਸਰਕਾਰ ਤੇ ਬੋਝ ਆਇਆ ਹੈ। ਔਰ ਇਹ ਬੋਝ ਆਉਣਾ ਲਾਜ਼ਮੀ ਆ ਕਿਉਂਕਿ ਇੱਕ ਪ੍ਰਾਈਵੇਟ ਕੰਪਨੀਆਂ ਦਾ ਵੀ ਇੱਕ ਮਾਫੀਆ ਜਾਂ ਆਪਾਂ ਕਹਿ ਲਈਏ ਜਾਂ ਇੱਕ ਉਹਨਾਂ ਦੀ ਲੌਬੀ ਹੈ ਜਿਹੜੀ ਮਿਲ ਕੇ ਕੰਮ ਕਰਦੀ ਹੈ। ਔਰ ਜਦੋਂ ਇੱਕ ਕੰਪਨੀ ਇਹ ਕਹਿ ਕੇ ਪਿੱਛੇ ਹੋ ਰਹੀ ਹੈ ਕਿ ਸਾਡੇ ਕੋਲ ਹਿੰਮਤ ਨਹੀਂ, ਅਸੀਂ ਇੰਨਾ ਪੈਸਾ ਭਰ ਸਕੀਏ ਪੰਜਾਬ ਦੇ ਲੋਕਾਂ ਦਾ, ਕਿਉਂਕਿ ਪੰਜਾਬ ਸਰਕਾਰ ਦਾ ਪੈਸਾ ਘੱਟ ਆ। ਇਹਦੇ ਨਾਲ ਜਿਹੜੀ ਦੂਸਰੀ ਕੰਪਨੀ ਹੈਗੀ ਉਹ ਲਾਜ਼ਮੀ ਤੌਰ ਤੇ ਆਪਣਾ ਜਿਹੜਾ ਬੇਸ ਪ੍ਰਾਈਸ ਆ, ਬੇਸਿਕ ਪ੍ਰਾਈਸ ਹੈ ਪਰ ਬੈਨੀਫੀਸ਼ਰੀ, ਉਹਨੂੰ 3 ਗੁਣਾ ਵਧਾ ਦਿੱਤਾ। ਔਰ ਇਹਦੇ ਨਾਲ ਅਲਟੀਮੇਟਲੀ ਜਿਹੜਾ ਬੋਝ ਹੈ, ਇਹ ਬੋਝ ਫਿਰ ਪੰਜਾਬ ਦੇ ਖਜ਼ਾਨੇ ਦੇ ਉੱਤੇ ਆ। ਹੁਣ ਇੱਥੇ ਇੱਕ ਵਾਰੀ ਕੰਪਨੀ ਦੇ ਪੱਖ ਤੋਂ ਵੀ ਆਪਾਂ ਗੱਲ ਕਰਦੇ ਹਾਂ, ਬਹੁਤ ਜਲਦੀ ਖਤਮ ਕਰ ਦਾਂਗੇ, ਜ਼ਿਆਦਾ ਲੰਬੀ ਨਹੀਂ ਕਰਾਂਗੇ। ਉਹ ਗੱਲ ਇਹ ਹੈ ਕਿ ਜਿਹੜੀ ਉਹ ਕੰਪਨੀ ਆ ਉਹਦੇ ਵੱਲੋਂ ਵੀ ਕਿਹਾ ਗਿਆ ਕਿ ਸਾਨੂੰ ਲਾਸ ਹੋ ਰਿਹਾ, ਸਾਨੂੰ ਪੈਸੇ ਦਾ ਲਾਸ ਹੋ ਰਿਹਾ, ਸਾਨੂੰ ਬਹੁਤ ਘਾਟਾ ਪੈ ਰਿਹਾ, ਇਸ ਕਰਕੇ ਅਸੀਂ ਇਹਨੂੰ ਨਹੀਂ ਭਰ ਪਾ ਰਹੇ ਹੈਗੇ। ਇੱਥੇ ਹੁਣ ਗੱਲ ਕੀ ਸੀ, ਇਹਦੇ ਵਿੱਚ ਜਿਹੜੀ ਪ੍ਰੋਬਲਮ ਸੀ ਉਹ ਇਹ ਸੀ ਕਿ ਜਿਹੜੇ ਹਸਪੀਟਲ ਨੇ, ਕਿਉਂਕਿ ਇਸ ਸਕੀਮ ਦੇ ਵਿੱਚ ਪ੍ਰਾਈਵੇਟ ਹਸਪੀਟਲ ਵੀ ਇਨਵੋਲਵਡ ਸੀ, ਔਰ ਉਹ ਜਿਹੜੇ ਪ੍ਰਾਈਵੇਟ ਹਸਪੀਟਲਸ ਆ ਉਹਨਾਂ ਦੇ ਉੱਤੇ ਉਸ ਕੰਪਨੀ ਵੱਲੋਂ ਕਈ ਇਲਜ਼ਾਮ ਲਗਾਏ ਗਏ ਸੀ। ਉਹ ਇਲਜ਼ਾਮ ਇੱਦਾਂ ਦੇ ਸੀ ਕਿ ਜਿਹੜੇ ਆਪਣੇ ਪੰਜਾਬ ਦੇ ਪ੍ਰਾਈਵੇਟ ਹਸਪੀਟਲ ਆ ਉਹ ਬੋਗਸ ਬਿੱਲ ਬਣਾ ਕੇ, ਫੇਕ ਬਿੱਲ ਬਣਾ ਕੇ ਜਾਂ ਬੋਗਸ ਐਡਮਿਸ਼ਨਸ ਕਰਕੇ ਲੋਕਾਂ ਨੂੰ ਜਸਟ ਸਹੀ ਸਲਾਮਤ ਤੰਦਰੁਸਤ ਲੋਕਾਂ ਨੂੰ ਹੀ ਬੈੱਡ ਤੇ ਪਾ ਕੇ, ਸਿਰਫ ਉਹਨਾਂ ਦਾ ਕਾਰਡ ਦਿਖਾ ਕੇ, ਸਭ ਕੁਝ ਫੇਕ ਢੰਗ ਨਾਲ ਇੰਸ਼ੋਰੈਂਸ ਕੰਪਨੀ ਤੋਂ ਪੈਸੇ ਦੀ ਉਗਰਾਹੀ ਜਾਂ ਇੱਕ ਤਰ੍ਹਾਂ ਦੇ ਨਾਲ ਪੈਸਾ ਫੇਕ ਬਿੱਲਾਂ ਦੇ ਉੱਤੇ ਨਿਕਲਵਾਉਂਦੇ ਸੀਗੇ, ਜਿਹਦੇ ਨਾਲ ਉਹ ਕੰਪਨੀਆਂ ਜਿਹੜੀਆਂ ਸੀ ਇੰਸ਼ੋਰੈਂਸ ਕੰਪਨੀਆਂ ਉਹ ਕਹਿੰਦੀਆਂ ਸਾ ਬਹੁਤ ਘਾਟੇ ਦੇ ਵਿੱਚ ਚੱਲ ਰਹੇ ਆ। ਸੋ ਇਹ ਜਿਹੜਾ ਇਲਜ਼ਾਮ ਆ ਇਹ ਹਸਪੀਟਲਸ ਦੇ ਉੱਤੇ ਲੱਗਿਆ ਆ। ਪਹਿਲਾਂ ਵੀ ਇਹਦੀ ਵਿਜੀਲੈਂਸ ਜਾਂਚ ਜਿਹੜੀ ਆ ਉਹ ਚੱਲਦੀ ਪਈ ਆ ਜਲੰਧਰ ਏਰੀਆ ਦੇ ਵਿੱਚ ਮੇਰੇ ਅਕੋਰਡਿੰਗਲੀ, ਕਿਉਂਕਿ ਸੁਲਤਾਨਪੁਰ ਲੋਧੀ ਦੇ ਇੱਕ ਹਸਪੀਟਲ ਦੀ ਇਹ ਗੱਲ ਆਈ ਸੀ ਸਾਹਮਣੇ ਕਿ ਉਸ ਹਸਪੀਟਲ ਦੇ ਵਿੱਚ 1200 ਕੁਛ ਮਰੀਜ਼ਾਂ ਦਾ ਇਲਾਜ ਕਰਨ ਦਾ 4 ਕਰੋੜ 44 ਲੱਖ ਰੁਪਇਆ ਬਿੱਲ ਜਿਹੜਾ ਉਹ ਬਣਾ ਦਿੱਤਾ ਗਿਆ ਸੀ, ਪਰ ਉਹਦੇ ਵਿੱਚੋਂ ਕਾਫੀ ਪੇਸ਼ੈਂਟ ਜਿਹੜੇ ਸੀ ਉਹ ਬੋਗਸ ਨਿਕਲੇ ਸੀ, ਨਕਲੀ ਪੇਸ਼ੈਂਟ ਨਿਕਲੇ ਸੀ। ਇੱਕ ਹੋਰ ਸਕੀਮ ਜਿਹੜੀ ਚੱਲਦੀ ਹੋਈ ਦੇਖੀ ਆ, ਮੈਂ ਖੁਦ ਇਸ ਚੀਜ਼ ਨੂੰ ਆਬਜ਼ਰਵ ਕੀਤਾ ਹਸਪਤਾਲਾਂ ਦੇ ਵਿੱਚ, ਜਦੋਂ ਕੋਈ ਪੇਸ਼ੈਂਟ ਆਪਣਾ ਕਾਰਡ ਲੈ ਕੇ ਆਪਣਾ ਕੋਈ ਆਪਰੇਸ਼ਨ ਕਰਨ ਦੇ ਲਈ ਆਉਂਦੇ ਆ, ਜਿਵੇਂ ਪੱਥਰੀਆਂ ਵਗੈਰਾ ਦਾ ਆਪਰੇਸ਼ਨ ਜਾਂ ਅੱਖਾਂ ਦਾ ਕੋਈ ਇੱਦਾਂ ਦੀ ਸਰਜਰੀ ਲਈ ਆ, ਆਪਣੀ ਹੈਲਥ ਸਰਵਿਸ ਲੈਣ ਲਈ ਆਉਂਦੇ ਆ, ਤਾਂ ਉਹਨਾਂ ਨੂੰ ਉਸ ਹਸਪੀਟਲ ਵੱਲੋਂ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ ਕਿ ਤੁਸੀਂ ਇੱਕ ਕਾਰਡ ਨਹੀਂ, ਆਪਣੇ ਘਰ ਦੇ ਜਿੰਨੇ ਜੀ ਆ ਉਹਨਾਂ ਦੇ ਕਾਰਡ ਲੈ ਕੇ ਆਓ, ਤਾਂ ਕਿ ਉਹਨਾਂ ਦੇ ਕਾਰਡਾਂ ਦੇ ਉੱਤੇ ਹਸਪੀਟਲ ਵਾਲੇ ਆਪਣਾ ਇੱਕ ਫੇਕ ਬਿੱਲ, ਇੱਕ ਫੇਕ ਏਜੰਡਾ ਚਲਾ ਕੇ, ਬੋਗਸ ਐਡਮਿਸ਼ਨ ਦਿਖਾ ਕੇ ਇੰਸ਼ੋਰੈਂਸ ਕੰਪਨੀ ਤੋਂ ਵੱਧ ਪੈਸਾ ਬਟੋਰ ਸਕਣ। ਬਕਾਇਦਾ ਉਹਦੇ ਵਿੱਚ ਹਸਪੀਟਲਸ ਦੇ ਬੈੱਡਾਂ ਦੇ ਉੱਤੇ ਫੇਕ ਪੇਸ਼ੈਂਟਸ ਨੂੰ ਲਟਾ ਕੇ
ਵੀਡੀਓਜ਼ ਵੀ ਬਣਾਈਆਂ ਜਾਂਦੀਆਂ ਨੇ ਕਿ ਪ੍ਰੂਫ ਦੇਣ ਲਈ ਕਿ ਦੇਖੋ ਸਾਡੇ ਕੋਲ ਪੇਸ਼ੈਂਟ ਆਇਆ ਸੀ, ਉਹਦਾ ਅਸੀਂ ਇਲਾਜ ਕੀਤਾ, ਇੰਨਾ ਖਰਚਾ ਆਇਆ, ਇੰਨੇ ਟੈਸਟ ਕਰਨੇ ਪਏ, ਜੋ ਸਭ ਕੁਝ ਗਲਤ ਸੀ, ਨਾਜਾਇਜ਼ ਸੀ। ਸੋ ਇਸ ਐਸਪੈਕਟ ਨੂੰ ਵੀ ਆਪਾਂ ਡਿਨਾਈ ਨਹੀਂ ਕਰ ਸਕਦੇ। ਸੋ ਇਹ ਜਿਹੜੀ ਪੂਰੀ ਗੱਲਬਾਤ ਹੈ, ਇਹਦੇ ਵਿੱਚੋਂ ਇਹੀ ਸਿੱਟਾ ਨਿਕਲਦਾ ਹੈ ਕਿ ਇੱਕ ਠੇਕਾ ਇੱਕ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਜਾਂਦਾ। ਉਹ ਪ੍ਰਾਈਵੇਟ ਕੰਪਨੀ ਦਾ ਇਲਜ਼ਾਮ ਇਹੀ ਹੁੰਦਾ ਕਿ ਅਸੀਂ ਘਾਟੇ ਦੇ ਵਿੱਚ ਆ। ਘਾਟੇ 'ਚ ਕਿਉਂ ਚੱਲ ਰਹੇ ਹਾਂ? ਕਿਉਂਕਿ ਹਸਪੀਟਲ ਜਿਹੜੇ ਆ ਸਾਡੇ ਤੋਂ ਨਜਾਇਜ਼ ਬਿੱਲ ਲੈਂਦੇ ਆ, ਨਜਾਇਜ਼ ਪੈਸਾ ਸਾਡੇ ਤੋਂ ਉਗਰਾ ਰਹੇ ਆ। ਪਲੱਸ ਜਿਹੜੇ ਹਸਪੀਟਲ ਆ ਉਹਨਾਂ ਦਾ ਕਹਿਣਾ ਇਹ ਸੀ ਕਿ ਜਿਹੜੀ ਇੰਸ਼ੋਰੈਂਸ ਕੰਪਨੀ ਆ ਉਹ ਪੈਸੇ ਦੀ ਭਰਪਾਈ ਨਹੀਂ ਕਰ ਰਹੀ ਹੈਗੀ, ਜਿਹਦੇ ਨਾਲ ਮੁਫਤ ਇਲਾਜ ਲੋਕਾਂ ਦਾ ਸਫਰ ਕਰ ਰਿਹਾ, ਔਰ ਉਹ ਅੱਜ ਵੀ ਕਰ ਰਿਹਾ। ਪਲੱਸ ਨਾਲ ਹਸਪੀਟਲਸ ਦਾ ਵੀ ਕਹਿਣਾ ਸੀ ਕਿ ਸਾਨੂੰ ਬਹੁਤ ਜ਼ਿਆਦਾ ਹਰਾਸ਼ ਕਰਦੇ ਆ, ਅਨਨੈਸੈਸਰੀ ਇੰਸਪੈਕਸ਼ਨ ਕਰਕੇ, ਕੁਐਸਚਨ ਕਰਕੇ, ਇੱਦਾਂ ਦੀਆਂ ਬਹੁਤ ਚੀਜ਼ਾਂ। ਪਲੱਸ ਜਿਹੜੀ ਸਰਕਾਰ ਸੀ, ਵੋਟਾਂ ਤੋਂ ਕੁਝ ਦਿਨ ਪਹਿਲਾਂ ਹੀ, ਕੋਡ ਆਫ ਕੰਡਕਟ ਲੱਗਣ ਤੋਂ ਕੁਝ ਦਿਨ ਪਹਿਲਾਂ ਹੀ ਉਸ ਸਮੇਂ ਦੀ ਸਰਕਾਰ ਨੂੰ ਇਹ ਕੰਟਰੈਕਟ ਜਿਹੜਾ ਇਹ ਖਤਮ ਕਰਨਾ ਪੈ ਜਾਂਦਾ ਹੈ। ਅਗਰ ਉਸ ਸਮੇਂ ਦੀ ਸਰਕਾਰ ਨੇ ਇਹ ਸੋਚਿਆ ਹੋਵੇ ਕਿ ਅਗਰ ਅਸੀਂ ਇਹ ਕੰਟਰੈਕਟ ਖਤਮ ਕਰਦੇ ਹਾਂ ਤਾਂ 45.5 ਲੱਖ ਤੋਂ ਵੱਧ ਲੋਕਾਂ ਦੀ ਹੈਲਥ ਸਰਵਿਸ ਅਫੈਕਟ ਹੋਏਗੀ, ਜਿਹੜੀ ਉਹਨਾਂ ਨੂੰ ਮੁਫਤ 'ਚ ਮਿਲਦੀ ਸੀ, ਤਾਂ ਉਹ ਸਰਕਾਰ ਕਦੀ ਵੀ ਨਹੀਂ ਸੀ ਕਰ ਸਕਦੀ, ਕਿਉਂਕਿ ਅੱਗੇ ਵੋਟਾਂ ਆਉਣ ਵਾਲੀਆਂ ਸੀ। ਪਰ ਹਾਂ, ਅਗਰ ਉਸ ਸਮੇਂ ਦੀ ਸਰਕਾਰ ਨੇ ਇਹ ਸੋਚਿਆ ਹੋਵੇ ਕਿ ਹਸਪੀਟਲ ਵਾਲਿਆਂ ਨੂੰ ਖੁਸ਼ ਕਰਦੇ ਆ ਜਾਂ ਕੁਛ ਉਹ ਪ੍ਰਾਈਵੇਟ ਕੰਪਨੀ ਦਾ ਇੱਕ ਤਰ੍ਹਾਂ ਨਾਲ ਲਾਇਬਿਲਿਟੀ ਤੋਂ ਮੁਕਤ ਕਰਕੇ ਉਹਨਾਂ ਨੂੰ ਖੁਸ਼ ਕਰਦੇ ਆ, ਤਾਂ ਦੈਨ ਇਹ ਪੋਸੀਬਲ ਹੋ ਸਕਦਾ।